ਅੱਜ ਸਵਰਗ ਦੇ ਵਾਅਦੇ ਦੀ ਗਾਰੰਟੀ ਸਿਰਲੇਖ ਨਾਲ ਆਓ ਅਸੀਂ ਉਪਦੇਸ਼ ਦਾ ਅਧਿਐਨ ਕਰੀਏ। ਇਸ ਦੁਨੀਆ ਵਿੱਚ ਦੌਲਤ, ਇੱਜ਼ਤ ਅਤੇ ਵਡਿਆਈ ਹਮੇਸ਼ਾ ਦੇ ਲਈ ਨਹੀਂ ਰਹਿੰਦੀ। ਉਹ ਸਾਰੇ ਥੋੜੇ ਚਿਰ ਲਈ ਹਨ। ਇੱਥੋਂ ਤੱਕ ਕਿ ਅੱਜ ਤੁਹਾਡੇ ਹੱਥ ਵਿੱਚ ਜੋ ਹੈ ਉਹ ਕੱਲ ਆਸਾਨੀ ਨਾਲ ਗਾਇਬ ਹੋ ਸਕਦਾ ਹੈ। ਦੂਸਰੇ ਸ਼ਬਦਾਂ ਵਿੱਚ ਲੋਕ ਬਿਨਾਂ ਕਿਸੇ ਗਾਰੰਟੀ ਦੇ ਇਸ ਦੁਨੀਆ ਵਿੱਚ ਜੀ ਰਹੇ ਹਨ। ਪਰ ਸਾਡੇ ਸਵਰਗ ਦੇ ਰਾਜ ਦੇ ਲੋਕਾਂ ਬਾਰੇ ਕੀ? ਸਾਰੀਆਂ ਚੀਜ਼ਾਂ ਵਿੱਚ ਸਾਡੇ ਕੋਲ ਪਰਮੇਸ਼ਵਰ ਦੀ ਗਾਰੰਟੀ ਹੈ। ਭਰਾਵੋ ਅਤੇ ਭੈਣੋ, ਇਸ ਗੱਲ ਤੋਂ ਜ਼ਿਆਦਾ ਸ਼ਾਂਤੀ ਦੀ ਗੱਲ ਕੀ ਹੋ ਸਕਦੀ ਹੈ ਕਿ ਹਰ ਚੀਜ਼ ਵਿੱਚ ਪਰਮੇਸ਼ਵਰ ਦੇ ਵੱਲੋਂ ਗਾਰੰਟੀ ਹੈ। ਇਸ ਤੋਂ ਇਲਾਵਾ ਪਰਮੇਸ਼ਵਰ ਨੇ ਸਾਡੇ ਨਾਲ ਜੋ ਵਾਅਦਾ ਕੀਤਾ ਹੈ ਅਤੇ ਜਿਸ ਦੀ ਗਾਰੰਟੀ ਦਿੱਤੀ ਹੈ ਉਹ ਸਵਰਗ ਦਾ ਰਾਜ ਹੈ। ਇਸ ਦੁਨੀਆ ਵਿੱਚ ਲੋਕਾਂ ਦੇ ਭਵਿੱਖ ਦੀ ਗਾਰੰਟੀ ਨਹੀਂ ਹੈ। ਇੱਥੋਂ ਤੱਕ ਕਿ ਅਮੀਰ ਲੋਕ ਵੀ ਲਾ ਇਲਾਜ ਬਿਮਾਰੀ ਦੇ ਪੀੜਿਤ ਹੋ ਸਕਦੇ ਹਨ ਅਤੇ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਤੁਹਾਡੇ ਕੋਲ ਜਿਉਣ ਦੇ ਲਈ ਜ਼ਿਆਦਾ ਸਮਾਂ ਨਹੀਂ ਹੈ। ਹਾਲਾਂਕਿ ਨਿਸੰਗ ਸਾਡੇ ਭਵਿੱਖ ਦੀ ਪਰਮੇਸ਼ਵਰ ਨੇ ਗਾਰੰਟੀ ਦਿੱਤੀ ਹੈ। ਸਿਰਫ ਇਸ ਗੱਲ ਨਾਲ ਹੀ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਨੂੰ ਹਾਲੇਲੂਇਆ ਕਹਿ ਕੇ ਬਹੁਤ ਖੁਸ਼ ਨਹੀਂ ਹੋਣਾ ਚਾਹੀਦਾ। ਅੱਜ ਕੱਲ ਮਹਾਮਾਰੀ ਦੇ ਕਰਕੇ ਦੁਨੀਆ ਭਰ ਦੇ ਲੋਕ ਬਹੁਤ ਉਦਾਸ ਹਨ। ਨਤੀਜੇ ਵਜੋਂ ਲੋਕ ਆਪਣੇ ਭਵਿੱਖ ਨੂੰ ਲੈ ਕੇ ਬੇਹੱਦ ਅਨਿਸ਼ਚਿਤ ਮਹਿਸੂਸ ਕਰਦੇ ਹਨ। ਬਹੁਤ ਸਾਰੇ ਲੋਕ ਆਪਣੀ ਨੌਕਰੀ ਗਵਾ ਚੁੱਕੇ ਹਨ ਅਤੇ ਦੁਨੀਆ ਭਰ ਵਿੱਚ ਕਾਫੀ ਥਾਵਾਂ ਤੇ ਦੰਗੇ ਹੋ ਰਹੇ ਹਨ। ਇਸ ਹਾਲਾਤ ਨੂੰ ਦੇਖਦੇ ਹੋਏ ਸਾਨੂੰ ਪਰਮੇਸ਼ਵਰ ਦੇ ਪ੍ਰਤੀ ਕਿੰਨਾ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਹ ਸਾਨੂੰ ਸਵਰਗ ਦੇ ਰਾਜ ਦਾ ਵਾਅਦਾ ਅਤੇ ਗਾਰੰਟੀ ਦਿੰਦੇ ਹਨ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜਦੋਂ ਤੱਕ ਉਹ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰਦੇ ਹੋਏ ਆਰਾਧਨਾਵਾਂ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਪਰਮੇਸ਼ਵਰ ਤੋਂ ਇਮਾਨਦਾਰੀ ਨਾਲ ਪ੍ਰਾਰਥਨਾ ਕਰਦੇ ਹਨ ਤਦ ਉਹ ਸਵਰਗ ਜਾ ਸਕਦੇ ਹਨ। ਫਿਰ ਵੀ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਜਦੋਂ ਯੀਸ਼ੂ ਨੇ ਮੱਤੀ ਅਧਿਆਇ 7 ਵਚਨ 23 ਵਿੱਚ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਕਹਿੰਦੇ ਹੋਏ ਅਸਵੀਕਾਰ ਕੀਤਾ, ਮੈਂ ਤੁਹਾਨੂੰ ਕਦੇ ਨਹੀਂ ਜਾਣਿਆ, ਹੇ ਬੁਰਿਆਰੋ ਮੇਰੇ ਕੋਲੋਂ ਚਲੇ ਜਾਓ। ਉਹ ਖੁਦ ਤੋਂ ਪੁੱਛ ਸਕਦੇ ਹਨ ਮੈਨੂੰ ਪਰਮੇਸ਼ਵਰ ਦੁਆਰਾ ਤਿਆਰ ਕੀਤੇ ਗਏ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਲਈ ਕਿਸ ਤਰ੍ਹਾਂ ਦਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਹਾਲਾਂਕਿ ਪਰਮੇਸ਼ਵਰ ਸਾਡੇ ਸਿਯੋਨ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਵਰਗ ਦੇ ਰਾਜ ਦੀ ਗਾਰੰਟੀ ਦਿੰਦੇ ਹਨ ਜੋ ਨਵੇਂ ਨੇਮ ਦੇ ਸੱਚ ਵਿੱਚ ਹਨ। ਚਰਚ ਜਿਸ ਵਿੱਚ ਅਸੀਂ ਜਾਂਦੇ ਹਾਂ, ਸੱਚ ਜਿਸ ਦਾ ਅਸੀਂ ਪਾਲਨ ਕਰਦੇ ਹਾਂ ਅਤੇ ਸਾਡਾ ਭਵਿੱਖ, ਇਹਨਾਂ ਸਾਰਿਆਂ ਵਿੱਚ ਪਰਮੇਸ਼ਵਰ ਦੀ ਗਾਰੰਟੀ ਹੈ। ਪਹਿਲਾ ਚਰਚ ਦੇ ਰਸੂਲ ਅਕਸਰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸਮੇਂ ਮੁਸ਼ਕਿਲਾਂ ਤੋਂ ਗੁਜ਼ਰੇ। ਇਸ ਦੇ ਬਾਵਜੂਦ ਕਿਸ ਤਰ੍ਹਾਂ ਦਾ ਭਵਿੱਖ ਉਹਨਾਂ ਦੀ ਉਡੀਕ ਕਰ ਰਿਹਾ ਸੀ। ਉਹ ਹਰ ਦਿਨ ਆਨੰਦ ਨਾਲ ਭਰੇ ਸੀ। ਉਹਨਾਂ ਦੇ ਕੋਲ ਗਾਰੰਟੀ ਵਾਲਾ ਭਵਿੱਖ ਸੀ। ਜੇਕਰ ਕਿਸੇ ਦੇਸ਼ ਦਾ ਰਾਸ਼ਟਰਪਤੀ ਕੁਝ ਗਾਰੰਟੀ ਦਿੰਦਾ ਹੈ ਤਦ ਉਹ ਮਹਾਨ ਅਧਿਕਾਰ ਅਤੇ ਸ਼ਕਤੀ ਰੱਖਦਾ ਹੈ। ਫਿਰ ਸਾਡੇ ਚਰਚ ਸੱਚ ਅਤੇ ਸਾਡੇ ਭਵਿੱਖ ਦੀ ਗਾਰੰਟੀ ਪਰਮੇਸ਼ਵਰ ਦੁਆਰਾ ਦਿੱਤੀ ਗਈ ਹੈ ਜੋ ਪੂਰੇ ਬ੍ਰਹਮੰਡ ਵਿੱਚ ਰਾਜਿਆਂ ਦਾ ਰਾਜਾ ਹੈ। ਕਿਉਂਕਿ ਪਰਮੇਸ਼ਵਰ ਨੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਗਾਰੰਟੀ ਦਿੱਤੀ ਹੈ ਤਦ ਕਿ ਅਸੀਂ ਖੁਸ਼ ਨਹੀਂ ਹਾਂ। ਜਦੋਂ ਸਾਡੇ ਭਵਿੱਖ ਦੀ ਗੱਲ ਆਉਂਦੀ ਹੈ ਤਦ ਅਸੀਂ ਸ਼ਾਂਤੀ ਵਿੱਚ ਹੁੰਦੇ ਹਾਂ। ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਸਾਡੇ ਭਵਿੱਖ ਦੀ ਗਾਰੰਟੀ ਦਿੱਤੀ ਹੈ। ਪਰ ਦੁਨੀਆ ਵਿੱਚ ਲੋਕ ਆਪਣੇ ਭਵਿੱਖ ਬਾਰੇ ਇਹ ਸੋਚ ਕੇ ਚਿੰਤਾ ਕਰਦੇ ਹਨ ਕੀ ਹੋਵੇਗਾ ਜੇਕਰ ਮੈਂ ਆਪਣੀ ਨੌਕਰੀ ਗਵਾ ਦੇਵਾਂ ਅਤੇ ਮੇਰੀ ਨੌਕਰੀ ਛੁੱਟ ਜਾਵੇ ਤਦ ਮੈਨੂੰ ਕੀ ਕਰਨਾ ਚਾਹੀਦਾ ਹੈ। ਪਰ ਪਰਮੇਸ਼ਵਰ ਨੇ ਕਿਹਾ ਮੈਂ ਆਕਾਸ਼ ਦੇ ਪੰਛੀਆਂ ਨੂੰ ਖਿਲਾਉਂਦਾ, ਮੈਦਾਨ ਦੀ ਘਾਹ ਨੂੰ ਕੱਪੜੇ ਪਹਿਨਾਉਂਦਾ, ਤਾਂ ਤੁਸੀਂ ਇਸ ਗੱਲ ਦੀ ਚਿੰਤਾ ਕਿਉਂ ਕਰਦੇ ਹੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ। ਜਦੋਂ ਵੀ ਤੁਸੀਂ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹੋ ਤਦ ਕਿ ਤੁਸੀਂ ਬਹੁਤ ਉਤਸ਼ਾਹਤ ਨਹੀਂ ਹੁੰਦੇ। ਪਰਮੇਸ਼ਵਰ ਨੇ ਕਿਹਾ ਮੈਂ ਯੁੱਗ ਦੇ ਅੰਤ ਤੱਕ ਤੁਹਾਡੀ ਮਦਦ ਕਰਾਂਗਾ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ, ਹੌਸਲਾ ਰੱਖੋ। ਇਸ ਦੁਨੀਆ ਵਿੱਚ ਵੀ ਕਾਫੀ ਪ੍ਰਕਾਰ ਦੇ ਬੀਮੇ ਹਨ ਜੋ ਗਾਰੰਟੀ ਦਿੰਦੇ ਹਨ। ਇੱਕ ਵਫਾਦਾਰੀ ਗਾਰੰਟੀ ਬੀਮਾ ਹੈ ਜੋ ਇੱਕ ਮਾਲਕ ਦੀ ਰੱਖਿਆ ਕਰਦਾ ਹੈ। ਜਾਇਦਾਦ ਦੇ ਨੁਕਸਾਨ ਦੇ ਮਾਮਲੇ ਵਿੱਚ ਇੱਕ ਵਿੱਤੀ ਗਾਰੰਟੀ ਅਤੇ ਵਪਾਰਕ ਉਤਪਾਦਾਂ ਲਈ ਇੱਕ ਗੁਣਵੱਤਾ ਨਿਯੰਤਰਣ ਦੀ ਗਾਰੰਟੀ ਹੈ। ਅੱਜ ਕੱਲ੍ਹ ਬਹੁਤ ਸਾਰੇ ਲੋਕ ਆਪਣੇ ਭਵਿੱਖ ਦੇ ਲਈ ਕਿਸੇ ਪ੍ਰਕਾਰ ਦੀ ਗਾਰੰਟੀ ਦੇ ਲਈ ਬੀਮਾ ਖਰੀਦਦੇ ਹਨ। ਮੈਨੂੰ ਉਹਨਾਂ ਲੋਕਾਂ ਦੇ ਲਈ ਇਹ ਕਹਿਣ ਦੇ ਲਈ ਅਫਸੋਸ ਹੈ ਜੋ ਬੀਮੇ ਨਾਲ ਸੰਬੰਧਿਤ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਪਰ ਸਿਰਫ ਪਰਮੇਸ਼ਵਰ ਹੀ ਸਾਡੇ ਭਵਿੱਖ ਦੀ ਗਾਰੰਟੀ ਦੇ ਸਕਦੇ ਹਨ। ਸਵਰਗ ਅਤੇ ਸਾਡੇ ਭਵਿੱਖ ਦੀ ਗਾਰੰਟੀ ਪਾਉਣ ਦੇ ਲਈ ਸਾਨੂੰ ਬਸ ਬਾਈਬਲ ਦੇ ਅਨੁਸਾਰ ਜਿਉਣ ਦੀ ਜ਼ਰੂਰਤ ਹੈ। ਅਸਲ ਵਿੱਚ ਜੋ ਪਰਮੇਸ਼ਵਰ ਮਨੁੱਖ ਜਾਤੀ ਨੂੰ ਦਿੰਦੇ ਹਨ ਕਿ ਬਾਈਬਲ ਇਸ ਗੱਲ ਦੀ ਗਾਰੰਟੀ ਦੇ ਲਈ ਸਭ ਤੋਂ ਤਕਨੀਕੀ ਤੌਰ ਤੇ ਉન્નਤ ਪ੍ਰਮਾਣ ਪੱਤਰ ਨਹੀਂ ਹੈ। ਸਿਰਫ ਜੇਕਰ ਅਸੀਂ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪਾਲਨ ਕਰਦੇ ਹਾਂ
ਤਦ ਹੀ ਸਭ ਕੁਝ ਠੀਕ ਹੋਵੇਗਾ। ਬਦਕਿਸਮਤੀ ਨਾਲ ਲੋਕਾਂ ਦੇ ਕੋਲ ਨਾਸ਼ ਹੋ ਜਾਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਬਾਈਬਲ ਦੀਆਂ ਸਿੱਖਿਆਵਾਂ ਦੇ ਅਨੁਸਾਰ ਨਹੀਂ ਜਿਉਂਦੇ। ਆਓ ਅਸੀਂ ਦੂਜਾ ਥਿਮੋਥੀਅਸ ਅਧਿਆਇ 3 ਤੇ ਜਾਈਏ। ਦੂਜਾ ਥਿਮੋਥੀਅਸ ਅਧਿਆਇ 3 ਵਚਨ 12। ਹਾਂ, ਸਭੇ ਜਿਨੇ ਮਸੀਹ ਯੀਸ਼ੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ, ਪਰ ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ। ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸੱਤ ਮੰਨੀਆਂ ਟਿਕਿਆ ਰਹਿ, ਕਿਉਂ ਜੋ ਤੂੰ ਜਾਣਦਾ ਹੈ ਭਾਈ ਕਿੰਨਾਂ ਕੋਲੋਂ ਸਿੱਖਿਆ ਹਨ, ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈ, ਜਿਹੜੀਆਂ ਉਸ ਨਿਸ਼ਚਾ ਦੇ ਰਾਹੀਂ ਜੋ ਮਸੀਹ ਯੀਸ਼ੂ ਉੱਤੇ ਹੈ ਤੈਨੂੰ ਕੀ ਪ੍ਰਾਪਤ ਕਰਨ ਦੇ ਲਈ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ। ਵਚਨ 16। ਸਾਡੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਜਾਉਣ ਲਈ ਗੁਣਕਾਰ ਹੈ। ਭਾਈ ਪਰਮੇਸ਼ਵਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਸੰਪੂਰਨ ਬਾਈਬਲ ਸਾਡੇ ਭਵਿੱਖ ਦੇ ਲਈ ਗਾਰੰਟੀ ਦਾ ਪਰਮੇਸ਼ਵਰ ਦਾ ਪ੍ਰਮਾਣ ਪੱਤਰ ਹੈ। ਜੇਕਰ ਅਸੀਂ ਬਾਈਬਲ ਦੇ ਅਨੁਸਾਰ ਜਿਉਂਦੇ ਹਾਂ ਤਦ ਕਿ ਪਰਮੇਸ਼ਵਰ ਸਾਨੂੰ ਮੁਕਤੀ ਦੇ ਲਈ ਜ਼ਰੂਰੀ ਸਾਰੇ ਗਿਆਨ ਨਹੀਂ ਦੇਣਗੇ। ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਬਹੁਤ ਸਾਰੇ ਲੋਕ ਬਾਈਬਲ ਦੀਆਂ ਸਿੱਖਿਆਵਾਂ ਦੇ ਮਹੱਤਵ ਨੂੰ ਨਹੀਂ ਸਮਝਦੇ। ਇਸ ਪ੍ਰਕਾਰ ਉਹ ਇਸ ਸੱਚ ਤੋਂ ਦੂਰ ਹੋ ਜਾਂਦੇ ਹਨ ਜਿਸ ਦੀ ਬਾਈਬਲ ਉਹਨਾਂ ਨੂੰ ਗਾਰੰਟੀ ਦਿੰਦੀ ਹੈ, ਜਿਸ ਨਾਲ ਉਹ ਉਸ ਪਰਮੇਸ਼ਵਰ ਨੂੰ ਪਛਾਣਨ ਵਿੱਚ ਅਸਮਰਥ ਹੁੰਦੇ ਹਨ ਜੋ ਸਰੀਰ ਵਿੱਚ ਧਰਤੀ ਤੇ ਆਏ। ਆਓ ਅਸੀਂ ਇਬਰਾਨੀਆਂ ਅਧਿਆਇ 6 ਤੇ ਇੱਕ ਨਜ਼ਰ ਪਾਈਏ। ਇਬਰਾਨੀਆਂ ਅਧਿਆਇ 6 ਵਚਨ 17। ਇਸ ਕਰਕੇ ਜਦੋਂ ਪਰਮੇਸ਼ਵਰ ਨੇ ਵਾਅਦੇ ਦੇ ਅਧਿਕਾਰੀਆਂ ਉੱਤੇ ਆਪਣੀ ਮਨਸ਼ਾ ਨੂੰ ਹੋਰ ਵੀ ਅਟਲ ਕਰਕੇ ਪ੍ਰਗਟ ਕਰਨਾ ਚਾਹਿਆ ਤਾਂ ਕੀ ਕੀਤਾ? ਵਿਚਾਲੇ ਸੌ ਲਿਆਂਦੀ। ਵਾਅਦੇ ਦੇ ਅਧਿਕਾਰੀ ਉਹ ਹਨ ਜੋ ਬਚਾਏ ਜਾਣਗੇ, ਹੈ ਨਾ? ਇਸ ਲਈ ਜਦੋਂ ਪਰਮੇਸ਼ਵਰ ਨੇ ਬਚਾਏ ਜਾਣ ਵਾਲਿਆਂ ਤੇ ਹੋਰ ਵੀ ਸਾਫ਼ ਰੀਤੀ ਨਾਲ ਪ੍ਰਗਟ ਕਰਨਾ ਚਾਹਿਆ ਕਿ ਉਸ ਦਾ ਮਕਸਦ ਬਦਲ ਨਹੀਂ ਸਕਦਾ, ਤਦ ਸੋਹ ਨੂੰ ਵਿੱਚ ਲਿਆਂਦਾ। ਪਰਮੇਸ਼ਵਰ ਨੇ ਜਿਨ੍ਹਾਂ ਵਾਅਦਿਆਂ ਦੀ ਗਾਰੰਟੀ ਦਿੱਤੀ ਹੈ ਉਹਨਾਂ ਵਿੱਚੋਂ ਆਓ ਅਸੀਂ ਬਾਈਬਲ ਵਿੱਚ ਕੁਝ ਉਦਾਹਰਨ ਦੇਖੀਏ। ਆਓ ਅਸੀਂ ਲੂਕਾ ਅਧਿਆਇ 22 ਵਚਨ 28 ਦੇਖੀਏ। ਅਤੇ ਤੁਸੀਂ ਉਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ, ਤਿਵੇਂ ਮੈਂ ਤੁਹਾਡੇ ਲਈ ਇੱਕ ਰਾਜ ਠਹਿਰਾਉਂਦਾ ਹਾਂ, ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਨਾਂ ਤੇ ਬੈਠ ਕੇ ਇਜ਼ਰਾਈਲ ਦੀਆਂ 12 ਗੋਤਾਂ ਦਾ ਨਿਆਂ ਕਰੋਗੇ। ਸਵਰਗ ਦੇ ਰਾਜ ਦੀਆਂ ਸਾਰੀਆਂ ਆਕਾਸ਼ ਗੰਗਾਵਾਂ ਵਿੱਚ ਅਣਗਿਣਤ ਸਵਰਗਦੂਤਾਂ ਵਿੱਚੋਂ ਕਿੰਨਿਆਂ ਦੇ ਕੋਲ ਪਰਮੇਸ਼ਵਰ ਦੀ ਮੇਜ਼ ਤੇ ਖਾਣ ਅਤੇ ਪੀਣ ਦਾ ਅਧਿਕਾਰ ਹੋਵੇਗਾ? ਫਿਰ ਵੀ ਪਰਮੇਸ਼ਵਰ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਅਤੇ ਇਸ ਦੀ ਗਾਰੰਟੀ ਦਿੱਤੀ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 4 ਦੇਖੀਏ। ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਕੀ ਨਾ ਹੋਵੇਗੀ, ਮੌਤ ਨਾ ਹੋਵੇਗੀ। ਪਰਮੇਸ਼ਵਰ ਗਾਰੰਟੀ ਦਿੰਦੇ ਹਨ ਕਿ ਇਸ ਦੇ ਬਾਅਦ ਮੌਤ ਨਾ ਰਹੇਗੀ, ਨਾ ਅਗਾਹਾਂ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। ਕੋਈ ਵੀ ਬਿਮਾਰ ਨਹੀਂ ਹੋਵੇਗਾ, ਹੁਣ ਕੋਈ ਬਿਮਾਰੀ ਨਹੀਂ ਹੋਵੇਗੀ ਜੋ ਸਾਨੂੰ ਦਰਦ ਜਾਂ ਦੁੱਖ ਦੇ ਸਕਦੀ ਹੈ। ਹੁਣ ਸੋਗ ਕਰਨ ਜਾਂ ਰੋਣ ਦਾ ਕੋਈ ਕਾਰਨ ਨਹੀਂ ਹੋਵੇਗਾ, ਕਿਉਂਕਿ ਮੌਤ ਨਹੀਂ ਰਹੇਗੀ। ਉਸ ਦੁਨੀਆ ਵਿੱਚ ਜਿੱਥੇ ਅਸੀਂ ਹਰ ਰੋਜ਼ ਇੱਕ ਨਵੇਂ ਆਨੰਦ ਅਤੇ ਖੁਸ਼ੀ ਨਾਲ ਭਰੇ ਰਹਾਂਗੇ, ਪਰਮੇਸ਼ਵਰ ਨੇ ਸਦਾ ਦੇ ਲਈ ਸਾਡੇ ਨਾਲ ਰਹਿਣ ਦੇ ਵਾਅਦੇ ਦੀ ਹੋਰ ਗਾਰੰਟੀ ਦਿੱਤੀ। ਭਰਾਵੋ ਅਤੇ ਭੈਣੋ, ਜੇਕਰ ਸਾਡੇ ਕੋਲ ਸਵਰਗ ਦੇ ਇਸ ਤਰ੍ਹਾਂ ਦੇ ਸ਼ਾਨਦਾਰ ਰਾਜ ਦੀ ਆਸ ਹੈ ਤਦ ਅਸੀਂ ਇਸ ਜੀਵਨ ਨੂੰ ਸਹਿਨ ਕਰ ਸਕਦੇ ਹਾਂ। ਪਰ ਉਹਨਾਂ ਲੋਕਾਂ ਦੇ ਬਾਰੇ ਕੀ ਜੋ ਆਪਣੇ ਭਵਿੱਖ ਜਾਂ ਸਵਰਗ ਦੇ ਰਾਜ ਦੇ ਲਈ ਕਿਸੇ ਵੀ ਗਾਰੰਟੀ ਦਿੱਤੇ ਬਿਨਾਂ ਜਿਉਂਦੇ ਹਨ? ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦਾ ਜੀਵਨ ਕਿੰਨਾ ਸ਼ਾਨਦਾਰ ਲੱਗ ਸਕਦਾ ਹੈ, ਅਸਲ ਵਿੱਚ ਉਹ ਖਾਲੀ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 1। ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂ ਉੱਜਲ ਪਰਮੇਸ਼ਵਰ ਅਤੇ ਉਸ ਨਗਰੀ ਦੇ ਚੌਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹਨੂੰ
12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਸ ਬਿਰਛ ਦੇ ਪੱਤੇ ਕੋਮਾਂ ਦੇ ਇਲਾਜ ਲਈ ਹਨ। ਅਤੇ ਹੁਣ ਅਗਾਂਹ ਨੂੰ ਕੋਈ ਸ਼ਰਾਪ ਨਾ ਹੋਵੇਗਾ ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਅਤੇ ਹੁਣ ਅਗਾਂਹ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ, ਕਿਉਂ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। ਇਸ ਧਰਤੀ ਤੇ ਅਸੀਂ ਰਾਜੇ ਦੇ ਰੂਪ ਵਿੱਚ ਸ਼ਾਸਨ ਕਰਨ ਦੇ ਨੇੜੇ ਵੀ ਨਹੀਂ ਆ ਸਕਦੇ। ਹਾਲਾਂਕਿ ਪਰਮੇਸ਼ਵਰ ਨੇ ਸਾਨੂੰ ਇੱਕ ਵਾਅਦੇ ਦੀ ਗਾਰੰਟੀ ਦਿੰਦੇ ਹੋਏ ਕਿਹਾ, ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਨਾਂ ਤੇ ਬੈਠ ਕੇ ਇਜ਼ਰਾਈਲ ਦੀਆਂ 12 ਗੋਤਾਂ ਦਾ ਨਿਆਂ ਕਰੋ। ਫਿਰ ਪਰਮੇਸ਼ਵਰ ਨੇ ਕਿਸ ਨੂੰ ਇਸ ਦੀ ਗਾਰੰਟੀ ਦਿੱਤੀ ਅਤੇ ਕੌਣ ਆ ਕੇ ਉਸ ਚਰਚ ਦੀ ਸਥਾਪਨਾ ਕਰੇਗਾ ਜੋ ਪਰਮੇਸ਼ਵਰ ਤੋਂ ਇਸ ਤਰ੍ਹਾਂ ਦੀ ਗਾਰੰਟੀ ਪ੍ਰਾਪਤ ਕਰਦਾ ਹੈ? ਕੀ ਇਹ ਸਾਡੇ ਲਈ ਬਹੁਤ ਮਹੱਤਵਪੂਰਨ ਨਹੀਂ ਹੈ? ਅਸੀਂ ਸਿਰਫ ਇੱਕ ਚਰਚ ਦੀ ਸਥਾਪਨਾ ਕਰਕੇ ਅਤੇ ਪਰਮੇਸ਼ਵਰ ਦਾ ਨਾਮ ਪੁਕਾਰ ਕੇ ਆਪਣੇ ਆਪ ਪਰਮੇਸ਼ਵਰ ਦੀ ਸੰਤਾਨ ਨਹੀਂ ਬਣਦੇ। ਕੀ ਪਰਮੇਸ਼ਵਰ ਇਸ ਵਿਸ਼ੇਸ਼ ਅਧਿਕਾਰ ਦੀ ਗਾਰੰਟੀ ਸਿਰਫ ਉਹਨਾਂ ਲੋਕਾਂ ਨੂੰ ਨਹੀਂ ਦਿੰਦੇ ਹਨ ਜਿਨ੍ਹਾਂ ਨੂੰ ਅਲੱਗ ਟੈਸਟਾਂ, ਮੁਸ਼ਕਿਲਾਂ ਅਤੇ ਪਰੀਖਿਆਵਾਂ ਤੇ ਜਿੱਤ ਪਾਉਣ ਨਾਲ ਸੰਪੂਰਨ ਬਣਾਇਆ ਗਿਆ ਹੈ? ਫਿਰ ਪਰਮੇਸ਼ਵਰ ਦੀ ਗਾਰੰਟੀ ਪਾਉਣ ਵਾਲੇ ਲੋਕ ਇਕੱਠੇ ਕਿੱਥੇ ਹੁੰਦੇ ਹਨ? ਬਾਈਬਲ, ਜਿਸ ਵਿੱਚ 66 ਕਿਤਾਬਾਂ ਹਨ, ਪਵਿੱਤਰ ਆਤਮਾ ਦੀ ਪ੍ਰੇਰਨਾ ਤੋਂ ਲਿਖਿਆ ਗਿਆ ਪਰਮੇਸ਼ਵਰ ਦਾ ਪ੍ਰਮਾਣ ਪੱਤਰ ਹੈ। ਇਸ ਪ੍ਰਮਾਣ ਪੱਤਰ ਵਿੱਚ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਸਾਨੂੰ ਕਿੱਥੇ ਇਕੱਠੇ ਹੋਣਾ ਚਾਹੀਦਾ ਹੈ। ਆਓ ਅਸੀਂ ਇਰਮੀਆ ਅਧਿਆਇ 4 ਵਚਨ 5 ਦੇਖੀਏ। ਯਹੂਦਾ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ ਅਤੇ ਆਖੋ, ਭਾਈ ਦੇਸ਼ ਵਿੱਚ ਤੂਰੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇਕੱਠੇ ਹੋ ਜਾਓ, ਭਾਈ ਅਸੀਂ ਗੜ ਵਾਲੇ ਸ਼ਹਿਰਾਂ ਵਿੱਚ ਚਲੀਏ। ਤੁਸੀਂ ਸਿਯੋਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ। ਗੜ ਵਾਲੇ ਸ਼ਹਿਰ ਦਾ ਨਾਮ ਜਿਸ ਵਿੱਚ ਸਾਨੂੰ ਜਾਣਾ ਚਾਹੀਦਾ ਹੈ ਉਹ ਸਿਯੋਨ ਹੈ। ਸਿਯੋਨ ਵਿੱਚ ਆਉਣ ਵਾਲਿਆਂ ਦੇ ਲਈ ਪਰਮੇਸ਼ਵਰ ਨੇ ਵਾਅਦਾ ਕੀਤਾ ਅਤੇ ਸਵਰਗ ਦੇ ਰਾਜ ਦੀ ਗਾਰੰਟੀ ਦਿੱਤੀ। ਇਹਨਾਂ ਦਿਨਾਂ ਵਿੱਚ ਕਈ ਲੋਕ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ, ਪਰ ਉਹਨਾਂ ਦੇ ਕੋਲ ਸੱਚ ਦੀ ਸਹੀ ਸਮਝ ਨਹੀਂ ਹੈ। ਸਮੁੰਦਰ ਦੇ ਬਰੇਤੇ ਵਾਂਗ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ ਜੋ ਗਲਤੀ ਨਾਲ ਸੋਚਦੇ ਹਨ ਕਿ ਅਸੀਂ ਸਵਰਗ ਵਿੱਚ ਪ੍ਰਵੇਸ਼ ਕਰ ਸਕਦੇ ਹਾਂ ਜਦੋਂ ਤੱਕ ਅਸੀਂ ਚਰਚ ਵਿੱਚ ਜਾਂਦੇ ਹਾਂ। ਇਸ ਲਈ ਪਰਮੇਸ਼ਵਰ ਨੇ ਸਾਨੂੰ ਪ੍ਰਚਾਰ ਕਰਨ ਦਾ ਮਿਸ਼ਨ ਦਿੱਤਾ ਹੈ ਤਾਂ ਜੋ ਅਸੀਂ ਉਹਨਾਂ ਨੂੰ ਸਹੀ ਢੰਗ ਨਾਲ ਪਰਮੇਸ਼ਵਰ ਦੀ ਇੱਛਾ ਸਿਖਾ ਸਕੀਏ। ਪਰਮੇਸ਼ਵਰ ਦੀ ਗਾਰੰਟੀ ਪ੍ਰਾਪਤ ਕਰਨ ਵਾਲਿਆਂ ਬਾਰੇ ਕਹੀਏ ਤਦ ਉਹ ਕਿਸ ਚਰਚ ਵਿੱਚ ਜਾਂਦੇ ਹਨ? ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 1 ਤੇ ਇੱਕ ਨਜ਼ਰ ਪਾਈਏ। ਪਹਿਲਾ ਕੁਰਿੰਥੀਓ ਅਧਿਆਇ 1 ਵਚਨ 2। ਅੱਗੇ ਜੋ ਪਰਮੇਸ਼ਵਰ ਦੀ ਕਲੀਸਿਆ ਮਤਲਬ ਚਰਚ ਆਫ ਗੋਡ ਨੂੰ ਜਿਹੜੀ ਕੁਰਿੰਥਿਸ ਵਿੱਚ ਹੈ, ਅਰਥਾਤ ਉਹਨਾਂ ਨੂੰ ਜਿਹੜੇ ਮਸੀਹ ਯੀਸ਼ੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਸੰਤ ਹੋਣ ਲਈ ਸੱਦੇ ਹੋਏ ਹਨ, ਉਹਨਾਂ ਸਭਨਾਂ ਸਣੇ ਜਿਹੜੇ ਹਰੇਕ ਥਾਂ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਨਾਮ ਲੈਂਦੇ ਹਨ, ਜੋ ਉਹਨਾਂ ਦਾ ਨਾਲੇ ਸਾਡਾ ਪ੍ਰਭੂ ਹੈ। ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯੀਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। ਰਸੂਲ ਪੌਲੁਸ ਨੇ ਜਿਸ ਚਰਚ ਵਿੱਚ ਭਾਗ ਲਿਆ ਉਹ ਚਰਚ ਆਫ ਗੋਡ ਸੀ। ਇਸ ਲਈ ਚਰਚ ਜਿੱਥੇ ਪਰਮੇਸ਼ਵਰ ਸਾਡੇ ਭਵਿੱਖ ਦੀ ਗਾਰੰਟੀ ਦਿੰਦੇ ਹਨ ਉਹ ਚਰਚ ਆਫ ਗੋਡ ਹੈ। ਦੁਨੀਆ ਭਰ ਦੇ ਚਰਚਾਂ ਨੂੰ ਅਲੱਗ ਨਾਮਾਂ ਨਾਲ ਪੁਕਾਰਿਆ ਜਾਂਦਾ ਹੈ, ਪਰ ਇੱਕੋ ਇੱਕ ਚਰਚ ਜਿਸ ਵਿੱਚ ਪਰਮੇਸ਼ਵਰ ਦੀ ਗਾਰੰਟੀ ਹੈ, ਜਿਵੇਂ ਬਾਈਬਲ ਵਿੱਚ ਦਰਜ ਹੈ, ਉਹ ਚਰਚ ਆਫ ਗੋਡ ਹੈ। ਕਿ ਪਹਿਲਾ ਚਰਚ ਦੇ ਮੈਂਬਰਾਂ ਦਾ ਮੰਨਣਾ ਸੀ ਕਿ ਯੀਸ਼ੂ ਸਿਰਫ ਇੱਕ ਨਾਸਰੀ ਤਰਖਾਨ ਦਾ ਪੁੱਤਰ ਸੀ। ਆਓ ਅਸੀਂ ਬਾਈਬਲ ਦੁਆਰਾ ਵੀ ਇਸ ਦੀ ਪੁਸ਼ਟੀ ਕਰੀਏ। ਫਿਲਿੱਪੀਓ ਅਧਿਆਇ 2 ਵਚਨ 5। ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯੀਸ਼ੂ ਦਾ ਵੀ ਸੀ, ਕਿ ਉਸਨੇ ਕਿਸ ਦੇ ਸਰੂਪ ਵਿੱਚ? ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ। ਬਹੁਤ ਸਾਰੇ ਲੋਕਾਂ ਨੇ ਯੀਸ਼ੂ ਨੂੰ ਸਿਰਫ ਯੂਸਫ ਦਾ ਪੁੱਤਰ ਮੰਨਿਆ ਜੋ ਨਾਸਰਤ ਵਿੱਚ ਇੱਕ ਤਰਖਾਨ ਸੀ। ਹਾਲਾਂਕਿ ਚਰਚ ਆਫ ਗੋਡ ਦੇ ਸੰਤ ਜਾਣਦੇ ਸੀ ਅਤੇ ਮੰਨਦੇ ਸੀ ਕਿ ਯੀਸ਼ੂ ਪਰਮੇਸ਼ਵਰ ਦਾ ਸਰੂਪ ਹੈ। ਸਿਰਫ ਇੱਥੇ ਨਹੀਂ, ਪਰ ਅਸੀਂ ਰੋਮੀਆਂ ਦੀ ਪੁਸਤਕ ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਵੀ ਇਹੀ ਸਾਖੀ ਦੇਖ ਸਕਦੇ ਹਾਂ। ਹੁਣ ਇਸ ਯੁੱਗ ਵਿੱਚ ਕੌਣ ਪਰਮੇਸ਼ਵਰ ਬਾਰੇ ਪ੍ਰਚਾਰ ਕਰ ਰਿਹਾ ਹੈ? ਜੋ ਸਰੀਰ ਵਿੱਚ ਧਰਤੀ ਤੇ ਆਏ ਹਨ। ਉਹਨਾਂ ਦੇ ਪਹਿਲੀ ਵਾਰੀ ਆਉਣ ਤੇ
ਅਤੇ ਉਹਨਾਂ ਦੇ ਦੂਸਰੀ ਵਾਰੀ ਆਉਣ ਤੇ ਵੀ ਇਹ ਸਿਰਫ ਚਰਚ ਆਫ ਗੋਡ ਹੈ ਜੋ ਇਸ ਸਿੱਖਿਆ ਦਾ ਪ੍ਰਚਾਰ ਕਰਦਾ ਹੈ। ਉਸ ਚਰਚ ਨੂੰ ਪਰਮੇਸ਼ਵਰ ਦੁਆਰਾ ਸਵਰਗ ਦੇ ਰਾਜ ਦੀ ਗਾਰੰਟੀ ਦਿੱਤੀ ਗਈ ਹੈ। ਇਹ ਕਿਸੇ ਸਵਰਗਦੂਤ ਦੀ ਗਾਰੰਟੀ ਨਹੀਂ ਹੈ। ਉਹ ਅਬਰਾਹਮ ਜਾਂ ਪਤਰਸ ਨਹੀਂ ਹਨ ਜੋ ਇਸ ਦੀ ਗਾਰੰਟੀ ਦੇ ਰਹੇ ਹਨ। ਇਹ ਪਰਮੇਸ਼ਵਰ ਹਨ ਜੋ ਨਵੇਂ ਨੇਮ ਦੁਆਰਾ ਸਾਡੀ ਮੁਕਤੀ ਦੀ ਗਾਰੰਟੀ ਦਿੰਦੇ ਹਨ। ਆਓ ਅਸੀਂ ਇਬਰਾਨੀਆਂ ਦੀ ਪੁਸਤਕ ਅਧਿਆਇ 9 ਵਿੱਚ ਵੀ ਇਸ ਦੀ ਪੁਸ਼ਟੀ ਕਰੀਏ। ਇਬਰਾਨੀਆਂ ਅਧਿਆਇ 9 ਵਚਨ 15। ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛਡਾਉਂਦੀ ਹੈ। ਭਈ ਉਹ ਜਿਹੜੇ ਸੱਦੇ ਹੋਏ ਹਨ, ਪਰਮੇਸ਼ਵਰ ਨੇ ਕੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ? ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ, ਦੂਸਰੇ ਸ਼ਬਦਾਂ ਵਿੱਚ ਸਵਰਗ ਦੇ ਰਾਜ ਦੀ ਮਿਰਾਸ। ਪਰਮੇਸ਼ਵਰ ਸਵਰਗ ਦੇ ਰਾਜ ਦੀ ਗਾਰੰਟੀ ਦੇਣ ਲਈ ਨਵੇਂ ਨੇਮ ਦਾ ਵਿਚੋਲਾ ਬਣ ਗਏ। ਉਹਨਾਂ ਲੋਕਾਂ ਨੂੰ ਜੋ ਸਵਰਗ ਦੇ ਰਾਜ ਦੀ ਵਿਰਾਸਤ ਪ੍ਰਾਪਤ ਕਰਦੇ ਹਨ, ਪਰਮੇਸ਼ਵਰ ਬੱਝ ਤੋਂ ਰਹਿਤ ਅਤੇ ਨਿਰਦੋਸ਼ ਬਣਾਉਂਦੇ ਹਨ ਅਤੇ ਉਹਨਾਂ ਸਾਰੇ ਪਾਪਾਂ ਨੂੰ ਦੂਰ ਕਰਦੇ ਹਨ ਜੋ ਉਹਨਾਂ ਨੇ ਸਵਰਗ ਵਿੱਚ ਅਤੇ ਧਰਤੀ ਤੇ ਜਾਣੇ ਅਣਜਾਣੇ ਵਿੱਚ ਕੀਤੇ। ਪਰਮੇਸ਼ਵਰ ਨੇ ਇਹਨਾਂ ਆਸ਼ੀਸ਼ਾਂ ਦੀ ਗਾਰੰਟੀ ਕਿਸ ਦੇ ਦੁਆਰਾ ਦਿੱਤੀ? ਨਵੇਂ ਨੇਮ ਦੁਆਰਾ। ਆਓ ਅਸੀਂ ਮੱਤੀ ਅਧਿਆਇ 7 ਵਚਨ 21 ਤੇ ਜਾਈਏ। ਨਾ ਹਰ ਇੱਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਨ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਪਰਮੇਸ਼ਵਰ ਦੀ ਇੱਛਾ ਤੇ ਚੱਲਣ ਵਾਲਿਆਂ ਦੇ ਲਈ ਪਰਮੇਸ਼ਵਰ ਸਵਰਗ ਦੇ ਰਾਜ ਦੀ ਗਾਰੰਟੀ ਦਿੰਦੇ ਹਨ। ਵਚਨ 22। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ, ਹੇ ਪ੍ਰਭੂ, ਕੀ ਅਸਾਂ ਤੇਰਾ ਨਾਮ ਲੈ ਕੇ ਅੰਗਮ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀ? ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚਲੇ ਜਾਓ। ਜਦੋਂ ਪਰਮੇਸ਼ਵਰ ਅੰਤਮ ਦਿਨਾਂ ਵਿੱਚ ਧਰਤੀ ਤੇ ਆਉਂਦੇ ਹਨ, ਤਦ ਚਰਚ ਆਫ ਗੋਡ ਦੀ ਕੀ ਵਿਸ਼ੇਸ਼ਤਾ ਹੋਵੇਗੀ ਜਿਸ ਨੂੰ ਉਹ ਸਾਡੇ ਲਈ ਸਥਾਪਿਤ ਕਰਨਗੇ? ਆਓ ਅਸੀਂ ਯਸ਼ਾਇਆ ਅਧਿਆਇ 25 ਤੇ ਜਾਈਏ। ਵਚਨ 6। ਇਸੇ ਪਹਾੜ ਤੇ ਸੈਨਾ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਦ ਕਰੇਗਾ। ਪੁਰਾਣੀਆਂ ਮਦਾਂ ਦੀ ਦਾਉਦ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਦਾਂ। ਇੱਥੇ ਇਸ ਵਚਨ ਵਿੱਚ ਛਾਣੀਆਂ ਹੋਈਆਂ ਪੁਰਾਣੀਆਂ ਮਦਾਂ ਦਾ ਜ਼ਿਕਰ ਕੀਤਾ ਗਿਆ ਸੀ। 325 ਈਸਵੀ ਵਿੱਚ ਨਿਕਿਆ ਪਰਿਸ਼ਦ ਵਿੱਚ ਮਿਟਾਏ ਜਾਣ ਦੇ ਬਾਅਦ ਪਸਾ ਗਾਇਬ ਹੋ ਗਿਆ। ਭਵਿੱਖਬਾਣੀ ਦੇ ਅਨੁਸਾਰ ਧਰਤੀ ਤੇ ਇਸ ਨੂੰ ਦੁਬਾਰਾ ਸਥਾਪਿਤ ਕਰਨ ਦੇ ਲਈ ਪਰਮੇਸ਼ਵਰ ਦੇ ਇੱਕ ਵਾਰ ਫਿਰ ਤੋਂ ਆਉਣ ਤੱਕ 1600 ਸਾਲ ਦਾ ਲੰਬਾ ਸਮਾਂ ਬੀਤ ਗਿਆ। ਇਸ ਕਰਕੇ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਇੱਕ ਪਰਬ ਤਿਆਰ ਕਰਨਗੇ ਜੋ ਸਾਨੂੰ ਛਾਣੀ ਹੋਈ ਮੱਧ ਦੁਆਰਾ ਜੀਵਨ ਦਿੰਦਾ ਹੈ। ਵਚਨ 7। ਉਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਰ ਨੂੰ ਜਿਹੜਾ ਸਾਰਿਆਂ ਕੌਮਾਂ ਉੱਤੇ ਲਟਕਦਾ ਹੈ, ਉਹ ਮੌਤ ਨੂੰ ਸਦਾ ਲਈ ਜੱਫ ਲਵੇਗਾ। ਬਾਈਬਲ ਦੀਆਂ 6 ਕਿਤਾਬਾਂ ਵਿੱਚ ਪਰਮੇਸ਼ਵਰ ਕਿਸ ਮੱਧ ਦਾ ਇਸਤੇਮਾਲ ਕਰਕੇ ਮੌਤ ਦਾ ਸਦਾ ਲਈ ਨਾਸ਼ ਕਰਦੇ ਹਨ? ਇਹ ਪਸਾ ਦਾ ਦਾਖਰਸ ਹੈ। ਵਚਨ 9। ਉਸ ਦਿਨ ਆਖਿਆ ਜਾਵੇਗਾ, ਵੇਖੋ ਇਹ ਕੌਣ ਹੈ? ਇਹ ਸਾਡਾ ਪਰਮੇਸ਼ਵਰ ਹੈ। ਅਸੀਂ ਉਹਦੀ ਉਡੀਕਦੇ ਸਾਂ ਤੇ ਉਹ ਸਾਨੂੰ ਬਚਾਵੇਗਾ। ਇਹ ਯਹੋਵਾ ਹੈ, ਅਸੀਂ ਉਹਦੀ ਉਡੀਕਦੇ ਸਾਂ। ਅਸੀਂ ਉਹਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ। ਇਬਰਾਨੀਆਂ ਅਧਿਆਇ 9 ਵਚਨ 28 ਦੇ ਅਨੁਸਾਰ ਦੂਸਰੀ ਵਾਰੀ ਆਉਣ ਤੇ ਮਸੀਹ ਕੀ ਦੇਣਗੇ? ਜੇਕਰ ਉਹ ਦੂਸਰੀ ਵਾਰ ਮੁਕਤੀ ਦੇਣ ਲਈ ਆਉਂਦੇ ਹਨ, ਤਦ ਇਸ ਦਾ ਮਤਲਬ ਇਹ ਹੈ ਕਿ ਉਹ ਸਰੀਰ ਵਿੱਚ ਆਉਣਗੇ, ਹੈ ਨਾ? ਕੁਝ ਲੋਕ ਕਹਿੰਦੇ ਹਨ ਕਿ ਉਹ ਇੱਕ ਆਤਮਾ ਦੇ ਰੂਪ ਵਿੱਚ ਆਉਣਗੇ, ਪਰ ਇਹ ਪੂਰੀ ਤਰ੍ਹਾਂ ਨਾਲ ਗਲਤ ਹੈ। ਕਿ ਪਰਮੇਸ਼ਵਰ ਆਤਮਾ ਵਿੱਚ ਹਮੇਸ਼ਾ ਸਾਡੇ ਨਾਲ ਨਹੀਂ ਹਨ? ਜੇਕਰ ਪਰਮੇਸ਼ਵਰ ਇੱਕ ਆਤਮਾ ਦੇ ਰੂਪ ਵਿੱਚ ਆਉਂਦੇ ਹਨ, ਤਦ ਇਹ ਪੱਕਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਉਹ ਪਹਿਲਾਂ ਆਏ ਹਨ ਜਾਂ ਦੂਸਰੀ ਵਾਰ। ਇਹ ਇੱਕ ਝੂਠ ਹੈ। ਜੋ ਲੋਕ ਉਸ ਨੂੰ ਉਡੀਕਦੇ ਹਨ, ਉਹਨਾਂ ਦੀ ਮੁਕਤੀ ਦੇ ਲਈ ਦੂਸਰੀ ਵਾਰ ਦਿਖਾਈ ਦੇਣਗੇ। ਕਿ ਇਹ ਇਸ ਗੱਲ ਦੀ ਸਾਖੀ ਨਹੀਂ ਦਿੰਦਾ ਕਿ ਜਿਵੇਂ ਉਹ ਆਪਣੇ ਪਹਿਲੀ ਵਾਰ ਆਉਣ ਤੇ ਦਿਖਾਈ ਦਿੱਤੇ ਸੀ, ਉਹ ਆਪਣੇ ਦੂਸਰੀ ਵਾਰੀ ਆਉਣ ਤੇ ਸਰੀਰ ਵਿੱਚ ਆਉਣਗੇ? ਉਸ ਸਮੇਂ ਉਹ ਕੀ ਤਿਆਰ ਕਰਨਗੇ? ਉਹ ਛਾਣੇ ਹੋਏ ਮੱਧ ਦੁਆਰਾ ਇੱਕ ਪਰਬ ਤਿਆਰ ਕਰਨਗੇ ਜੋ ਮੌਤ ਦਾ ਸਦਾ ਦੇ ਲਈ ਨਾਸ਼ ਕਰੇਗਾ। ਉਹ ਸਾਡੇ ਪਰਮੇਸ਼ਵਰ ਹਨ ਜਿਨ੍ਹਾਂ ਦੀ ਸਾਨੂੰ ਉਡੀਕ ਹੈ ਅਤੇ ਸਾਨੂੰ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਫਿਰ ਉਹ ਕੌਣ ਹੈ ਜਿਸ ਨੇ ਨਵੇਂ ਨੇਮ ਦੇ ਪਸਾ ਦੁਆਰਾ ਸਾਡੇ ਪਾਪਾਂ ਨੂੰ ਮਾਫ ਕਰਕੇ ਅਤੇ ਸਦੀਪਕ ਜੀਵਨ ਦਾ ਰਾਹ ਖੋਲ ਕੇ ਪਹਿਲਾਂ ਚਰਚ ਦੀਆਂ ਸਾਰੀਆਂ ਵਿਵਸਥਾਵਾਂ ਅਤੇ ਸੱਚ ਨੂੰ ਦੁਬਾਰਾ ਸਥਾਪਿਤ ਕੀਤਾ ਜੋ ਮਿਟਾਏ ਗਏ ਸੀ? ਉਹ ਮਸੀਹ ਅਨਸੰਗ ਜੀ ਹਨ। ਕਿ ਤੁਹਾਡੇ ਅਤੇ ਮੇਰੇ ਕੋਲ ਪੂਰਾ ਪ੍ਰਮਾਣ ਨਹੀਂ ਹੈ ਕਿ ਅਸੀਂ ਉਸ ਚਰਚ ਨਾਲ ਸੰਬੰਧਿਤ ਹਾਂ
ਜਿਸ ਦੇ ਕੋਲ ਸਵਰਗ ਜਾਣ ਦੀ ਗਾਰੰਟੀ ਹੈ। ਇਹ ਚਰਚ ਆਫ ਗॉड ਹੈ ਜਿਸ ਵਿੱਚ ਰਸੂਲ ਪੌਲੁਸ ਜਾਂਦੇ ਸੀ। ਜਿਵੇਂ ਪੌਲੁਸ ਨੇ ਕੀਤਾ ਉਸੇ ਤਰ੍ਹਾਂ ਅਸੀਂ ਵੀ ਪਸਾ ਅਤੇ ਸਬਤ ਦਾ ਦਿਨ ਮਨਾਉਂਦੇ ਹਾਂ। ਸਾਡਾ ਚਰਚ ਠੀਕ ਪਹਿਲਾ ਚਰਚ ਦੇ ਵਰਗਾ ਹੀ ਹੈ। ਕੁਝ ਲੋਕ ਪੁੱਛਦੇ ਹਨ, ਜੇਕਰ ਸਭ ਕੁਝ ਇੱਕੋ ਜਿਹਾ ਹੈ ਤਦ ਅਸੀਂ ਕਿਉਂ ਮਸੀਹ ਅਨਸੰਗ ਉਂਗ ਜੀ ਦੇ ਨਾਮ ਨਾਲ ਪ੍ਰਾਰਥਨਾ ਕਰਦੇ ਹਾਂ ਅਤੇ ਸਵਰਗੀ ਮਾਤਾ ਤੇ ਵਿਸ਼ਵਾਸ ਕਿਉਂ ਕਰਦੇ ਹਾਂ? ਕਿ ਇਹ ਸਿੱਖਿਆਵਾਂ ਪਹਿਲੇ ਚਰਚ ਵਿੱਚ ਵੀ ਸੀ? ਹਾਂ, ਉਹ ਸੀ। ਕਿ ਤੁਹਾਨੂੰ ਅਚਰਜ ਨਹੀਂ ਹੋਇਆ? ਇਹ ਸਿੱਖਿਆਵਾਂ ਪਹਿਲੇ ਚਰਚ ਵਿੱਚ ਮੌਜੂਦ ਸੀ। ਹਾਲਾਂਕਿ 3 ਯੁੱਗਾਂ ਵਿੱਚ ਪਹਿਲਾ ਚਰਚ ਕਿਸ ਯੁੱਗ ਵਿੱਚ ਸੀ? ਉਹ ਪੁੱਤਰ ਦਾ ਯੁੱਗ ਸੀ। ਪੁਰਾਣੇ ਨੇਮ ਦਾ ਸਮਾਂ ਪਿਤਾ ਦਾ ਯੁੱਗ ਸੀ ਅਤੇ ਪਹਿਲੀ ਵਾਰ ਜਦੋਂ ਯੀਸ਼ੂ ਧਰਤੀ ਤੇ ਆਏ ਸੀ ਉਹ ਪੁੱਤਰ ਦਾ ਯੁੱਗ ਸੀ। ਤਦ ਹੁਣ ਅਸੀਂ ਕਿਸ ਯੁੱਗ ਵਿੱਚ ਜੀ ਰਹੇ ਹਾਂ? ਇਹ ਪਵਿੱਤਰ ਆਤਮਾ ਦਾ ਯੁੱਗ ਹੈ। ਪਵਿੱਤਰ ਆਤਮਾ ਦੇ ਯੁੱਗ ਵਿੱਚ ਯੀਸ਼ੂ ਕਿਸ ਨਾਮ ਨਾਲ ਛੁਟਕਾਰੇ ਦਾ ਕੰਮ ਕਰਨਗੇ? ਇਸ ਯੁੱਗ ਵਿੱਚ ਉਹ ਹੁਣ ਯੀਸ਼ੂ ਨਾਮ ਦਾ ਇਸਤੇਮਾਲ ਨਹੀਂ ਕਰਨਗੇ, ਬਲਕਿ ਉਹ ਯੀਸ਼ੂ ਦੇ ਇੱਕ ਨਵੇਂ ਨਾਮ ਦੇ ਨਾਲ ਖੁਸ਼ਖਬਰੀ ਦਾ ਕੰਮ ਕਰਨਗੇ। ਆਓ ਅਸੀਂ ਬਾਈਬਲ ਵਿੱਚ ਇਸ ਸਿੱਖਿਆ ਦੀ ਪੁਸ਼ਟੀ ਕਰੀਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 12 ਵੇਖੀਏ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਆਪਣੇ ਪਰਮੇਸ਼ਵਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ਵਰ ਵੱਲੋਂ ਸੁਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵਾਂਗਾ। ਜਦੋਂ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ ਯੀਸ਼ੂ ਦੇ ਕੋਲ ਨਵਾਂ ਨਾਮ ਹੈ ਤਦ ਲੋਕ ਹਮਲਾਵਰਤਾ ਨਾਲ ਇਤਰਾਜ਼ ਕਰਦੇ ਹਨ। ਉਹ ਸਿਰਫ ਯੀਸ਼ੂ ਤੇ ਜ਼ੋਰ ਦਿੰਦੇ ਹਨ। ਦੂਸਰੇ ਸ਼ਬਦਾਂ ਵਿੱਚ ਉਹਨਾਂ ਦੇ ਸਰੀਰ ਪਵਿੱਤਰ ਆਤਮਾ ਦੇ ਯੁੱਗ ਵਿੱਚ ਰਹਿੰਦੇ ਹਨ, ਪਰ ਉਹਨਾਂ ਦੇ ਮਨ ਹੁਣ ਵੀ ਪੁੱਤਰ ਦੇ ਯੁੱਗ ਵਿੱਚ ਰਹਿੰਦੇ ਹਨ। ਇਸ ਤਰ੍ਹਾਂ ਦੇ ਲੋਕ ਅਤੀਤ ਵਿੱਚ ਵੀ ਮੌਜੂਦ ਸੀ। ਉਹ ਫਰੀਸੀ, ਸਦੂਕੀ ਅਤੇ ਯਹੂਦੀ ਸੀ ਜਿਨ੍ਹਾਂ ਨੇ ਯੀਸ਼ੂ ਨੂੰ ਸਲੀਬ ਤੇ ਚੜਾਇਆ ਸੀ। ਉਹਨਾਂ ਦੇ ਸਰੀਰ ਪੁੱਤਰ ਦੇ ਯੁੱਗ ਵਿੱਚ ਰਹਿੰਦੇ ਸੀ, ਪਰ ਉਹਨਾਂ ਦੇ ਦਿਲ ਅਤੇ ਮਨ ਪਿਤਾ ਦੇ ਯੁੱਗ ਵਿੱਚ ਹੀ ਰਹਿੰਦੇ ਸੀ। ਇਸ ਕਰਕੇ ਉਹ ਪੁੱਤਰ ਦੇ ਯੁੱਗ ਵਿੱਚ ਆਉਣ ਵਾਲੇ ਮੁਕਤੀਦਾਤਾ ਨੂੰ ਸਵੀਕਾਰ ਕਰਨ ਵਿੱਚ ਕਾਬਿਲ ਨਹੀਂ ਸੀ। ਉਸੇ ਤਰ੍ਹਾਂ ਭਾਵੇਂ ਹੀ ਈਸਾਈ ਹੁਣ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਜੀ ਰਹੇ ਹਨ, ਪਰ ਉਹਨਾਂ ਦਾ ਵਿਸ਼ਵਾਸ, ਦਿਲ ਅਤੇ ਮਨ ਹੁਣ ਵੀ ਕਿਸ ਯੁੱਗ ਵਿੱਚ ਰਹਿੰਦਾ ਹੈ? ਪੁੱਤਰ ਦੇ ਯੁੱਗ ਵਿੱਚ। ਪਹਿਲਾ ਚਰਚ ਦੇ ਸਮੇਂ ਵਿੱਚ ਯੀਸ਼ੂ ਨੇ ਰਸੂਲ ਯਹੂਨਾ ਨੂੰ ਇਹ ਪ੍ਰਕਾਸ਼ਨ ਦੁਆਰਾ ਜਾਣਨ ਦਿੱਤਾ ਕਿ ਮੇਰਾ ਇੱਕ ਨਵਾਂ ਨਾਮ ਹੋਵੇਗਾ। ਇਹ ਸੱਚ ਪਹਿਲਾ ਚਰਚ ਨੂੰ ਦਿੱਤਾ ਗਿਆ ਸੀ। ਅਸੀਂ ਹੁਣ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਾਂ। ਜੇਕਰ ਅਸੀਂ ਜ਼ੋਰ ਦਿੰਦੇ ਹਾਂ ਕਿ ਸਾਡੇ ਮੁਕਤੀਦਾਤੇ ਦਾ ਨਾਮ ਸਿਰਫ ਯੀਸ਼ੂ ਹੋ ਸਕਦਾ ਹੈ ਤਦ ਇਹ ਬਾਈਬਲ ਦੀ ਗਲਤ ਸਮਝ ਅਤੇ ਵਿਆਖਿਆ ਹੈ। ਇਸ ਤੋਂ ਇਲਾਵਾ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 12 ਵਿੱਚ ਯੀਸ਼ੂ ਨੇ ਕਿਹਾ, ਮੈਂ ਨਵੀਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ਰ ਵੱਲੋਂ ਸੁਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵਾਂਗਾ। ਸਾਰੇ ਲੋਕੋ, ਨਵੀਂ ਯਰੂਸ਼ਲਮ ਦੇ ਕੋਲ ਕੀ ਹੈ? ਉਸ ਦੇ ਕੋਲ ਇੱਕ ਨਾਮ ਹੈ। ਯਰੂਸ਼ਲਮ ਦੇ ਨਾਮ ਬਾਰੇ ਪੁੱਛੇ ਜਾਣ ਤੇ ਕੁਝ ਲੋਕ ਕਹਿੰਦੇ ਹਨ ਯਰੂਸ਼ਲਮ ਹੈ। ਕੀ ਯਰੂਸ਼ਲਮ ਦਾ ਦੂਸਰਾ ਨਾਮ ਹੈ? ਅਚਰਜ ਢੰਗ ਨਾਲ ਬਾਈਬਲ ਅਸਲ ਵਿੱਚ ਸਿਖਾਉਂਦੀ ਹੈ ਕਿ ਯਰੂਸ਼ਲਮ ਦਾ ਇੱਕ ਨਾਮ ਹੈ। ਨਵੀਂ ਯਰੂਸ਼ਲਮ ਦੇ ਕੋਲ ਅਸਲ ਵਿੱਚ ਇੱਕ ਨਾਮ ਹੈ। ਜਦੋਂ ਰਸੂਲ ਯਹੂਨਾ ਜਿਉਂਦਾ ਸੀ, ਯੀਸ਼ੂ ਨੇ ਉਸ ਨੂੰ ਇੱਕ ਪ੍ਰਕਾਸ਼ਨ ਦੇ ਦੁਆਰਾ ਸਿਖਾਇਆ ਕਿ ਯੀਸ਼ੂ ਦੇ ਕੋਲ ਇੱਕ ਨਵਾਂ ਨਾਮ ਹੋਵੇਗਾ। ਜਦੋਂ ਅਸੀਂ ਇੱਕ ਨਾਮ ਅਨਸੰਗ ਉਂਗ ਜੀ ਦਾ ਜ਼ਿਕਰ ਕਰਦੇ ਹਾਂ ਤਦ ਕੁਝ ਪੁੱਛਦੇ ਹਨ, ਪਹਿਲਾ ਚਰਚ ਵਿੱਚ ਇਸ ਬਾਰੇ ਕੋਈ ਸਿੱਖਿਆ ਨਹੀਂ ਸੀ ਕਿ ਪਹਿਲੇ ਵਾਲੇ ਚਰਚ ਨੇ ਕਦੀ ਇਸ ਨਾਮ ਦਾ ਇਸਤੇਮਾਲ ਕੀਤਾ। ਬੇਸ਼ੱਕ ਉਹਨਾਂ ਨੇ ਇਸ ਦਾ ਇਸਤੇਮਾਲ ਨਹੀਂ ਕੀਤਾ। ਉਹਨਾਂ ਨੇ ਇਸ ਦੀ ਵਰਤੋਂ ਕਿਉਂ ਨਹੀਂ ਕੀਤੀ? ਇਸ ਦਾ ਕਾਰਨ ਇਹ ਹੈ ਕਿ ਪੁੱਤਰ ਦਾ ਯੁੱਗ ਨਵੇਂ ਨਾਮ ਦਾ ਇਸਤੇਮਾਲ ਕਰਨ ਦਾ ਸਮਾਂ ਨਹੀਂ ਸੀ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਵਰ ਨਵੇਂ ਨਾਮ ਦੇ ਨਾਲ ਮੁਕਤੀ ਦੇ ਆਪਣੇ ਅੰਤਮ ਕੰਮ ਨੂੰ ਪੂਰਾ ਕਰਨਗੇ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕਿਸ ਨਾਮ ਦਾ ਜ਼ਿਕਰ ਕੀਤਾ? ਉਹਨਾਂ ਨੇ ਆਪਣੇ ਨਵੇਂ ਨਾਮ ਅਤੇ ਨਵੀਂ ਯਰੂਸ਼ਲਮ ਦੇ ਨਾਮ ਦੋਨਾਂ ਦਾ ਜ਼ਿਕਰ ਕੀਤਾ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਕੀ ਅਸੀਂ ਨਹੀਂ ਦੇਖਦੇ ਕਿ ਨਵੀਂ ਯਰੂਸ਼ਲਮ ਜਿਸ ਦੇ ਕੋਲ ਇੱਕ ਨਾਮ ਹੈ ਅਤੇ ਯੀਸ਼ੂ ਜੋ ਇੱਕ ਨਵੇਂ ਨਾਮ ਨੂੰ ਲੈ ਕੇ ਆਉਂਦੇ ਹਨ, ਉਹ ਪਵਿੱਤਰ ਆਤਮਾ ਦੇ ਯੁੱਗ ਦਾ ਦਰਵਾਜ਼ਾ ਖੋਲਣਗੇ। ਆਤਮਾ ਤੇ ਲਾੜੀ ਦੋਨੋਂ ਉਹ ਕੀ ਕਰਨਗੇ? ਕਹਿੰਦੇ ਹਨ, ਆਓ। ਜਿਸ ਤਰ੍ਹਾਂ ਤੁਸੀਂ ਪਿਤਾ ਦੇ ਯੁੱਗ ਅਤੇ ਪੁੱਤਰ ਦੇ ਯੁੱਗ ਵਿੱਚ ਆਪਣਾ ਵਿਸ਼ਵਾਸ ਬਣਾਏ ਰੱਖਿਆ, ਉਸੇ ਤਰ੍ਹਾਂ ਹੁਣ ਪਵਿੱਤਰ ਆਤਮਾ ਦੇ ਯੁੱਗ ਵਿੱਚ ਮੇਰੇ ਕੋਲ ਆਓ। ਇਹ ਸਾਡੀ ਮੁਕਤੀ ਦੀ ਅੰਤਮ ਲਕੀਰ ਹੈ। ਜੋ ਲੋਕ ਸਵਰਗ ਜਾਂ ਮੁਕਤੀ ਦੇ ਲਈ ਪਰਮੇਸ਼ਵਰ ਦੀ ਗਾਰੰਟੀ ਪ੍ਰਾਪਤ ਕੀਤੇ ਬਿਨਾਂ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ ਕਿ ਉਹ ਦੌੜ ਪੂਰੀ ਕਰ ਸਕਦੇ ਹਨ
ਅਤੇ ਆਤਮਾ ਤੇ ਲਾੜੀ ਦੇ ਕੋਲ ਆ ਸਕਦੇ ਹਨ। ਬਾਈਬਲ ਵਿੱਚ ਕਿਸ ਦੇ ਵਚਨ ਹਨ? ਜੇਕਰ ਕੋਈ ਬਾਈਬਲ ਵਿੱਚ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਅਸਵੀਕਾਰ ਕਰਦਾ ਹੈ, ਤਦ ਉਹ ਇਹ ਕਹਿਣ ਦੇ ਵਾਂਗ ਹੈ ਕਿ ਮੇਰੇ ਵਿਚਾਰ ਪਰਮੇਸ਼ਵਰ ਦੇ ਵਚਨਾਂ ਤੋਂ ਵਧੀਆ ਹਨ। ਫਿਰ ਮੁਕਤੀ ਪਰਮੇਸ਼ਵਰ ਤੇ ਕਿਉਂ ਨਿਰਭਰ ਹੈ? ਪਰਮੇਸ਼ਵਰ ਉਹ ਹਨ ਜੋ ਆਦਿ ਤੋਂ ਅੰਤ ਜਾਣਦੇ ਹਨ ਅਤੇ ਸਵਰਗ ਵਿੱਚ ਸਾਡੀ ਅਗਵਾਈ ਕਰਦੇ ਹੋਏ ਮਨੁੱਖ ਜਾਤੀ ਦੇ ਕੋਲ ਪਾਪ ਦਾ ਪ੍ਰਾਇਸ਼ਚਿਤ ਕਰਦੇ ਹਨ। ਇਹ ਅਸਲ ਵਿੱਚ ਬਦਕਿਸਮਤ ਹੋਵੇਗਾ ਜੇਕਰ ਕੋਈ ਵਿਅਕਤੀ ਬਾਈਬਲ ਵਿੱਚ ਪਰਮੇਸ਼ਵਰ ਦੇ ਵਚਨਾਂ ਨੂੰ ਸਿਰਫ ਇਸ ਲਈ ਅਸਵੀਕਾਰ ਕਰਦਾ ਹੈ ਕਿ ਇਹ ਉਹਨਾਂ ਦੇ ਵਿਚਾਰ ਨਾਲ ਮੇਲ ਨਹੀਂ ਖਾਂਦੇ। ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਸਿਰਫ ਜਦੋਂ ਅਸੀਂ ਯੀਸ਼ੂ ਦੇ ਨਵੇਂ ਨਾਮ ਤੇ ਨਿਰਭਰ ਰਹਿੰਦੇ ਹਾਂ ਅਤੇ ਉਹਨਾਂ ਦੇ ਨਵੇਂ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ, ਤਦ ਹੀ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 19 ਤੇ ਇੱਕ ਨਜ਼ਰ ਪਾਈਏ। ਵਚਨ 6, ਤਾਂ ਮੈਂ ਵੱਡੀ ਭੀੜ ਦੀ ਆਵਾਜ਼ ਜਿਹੀ ਅਤੇ ਬਾਲਿਆਂ ਪਾਣੀ ਦੀ ਆਵਾਜ਼ ਜਿਹੀ ਅਤੇ ਬੱਦਲ ਦੀਆਂ ਡਾਢੀਆਂ ਗਰਜਾਂ ਦੀ ਆਵਾਜ਼ ਜਿਹੀ ਇਹ ਆਖਦੇ ਸੁਣੀ, ਹਾਲੇਲੂਇਆ, ਪ੍ਰਭੂ ਸਾਡਾ ਪਰਮੇਸ਼ਵਰ ਸਰਬ ਸ਼ਕਤੀਮਾਨ ਰਾਜ ਕਰਦਾ ਹੈ। ਆਓ ਅਸੀਂ ਆਨੰਦ ਕਰੀਏ ਅਤੇ ਨਿਹਾਲ ਹੋਈਏ ਅਤੇ ਉਹਦੀ ਵਡਿਆਈ ਕਰੀਏ। ਲੇਲੇ ਦਾ ਵਿਆਹ ਜੋ ਆ ਗਿਆ ਹੈ ਅਤੇ ਉਹਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਇੱਥੇ ਲੇਲਾ ਕਿਸ ਨੂੰ ਦਰਸਾਉਂਦਾ ਹੈ? ਉਹ ਯੀਸ਼ੂ ਨੂੰ ਦਰਸਾਉਂਦਾ ਹੈ। ਇਹ ਪ੍ਰਕਾਸ਼ਨ ਪਹਿਲੀ ਵਾਰ ਯੀਸ਼ੂ ਦੇ ਸਵਰਗ ਜਾਣ ਦੇ 60 ਸਾਲ ਬਾਅਦ ਲਿਖਿਆ ਗਿਆ ਸੀ। ਇਸ ਲਈ ਇਸ ਵਚਨ ਵਿੱਚ ਲੇਲਾ ਦੂਸਰੀ ਵਾਰ ਆਉਣ ਵਾਲੇ ਯੀਸ਼ੂ ਨੂੰ ਦਰਸਾਉਂਦਾ ਹੈ, ਕਿਉਂਕਿ ਲੇਲੇ ਦਾ ਕੀ ਆ ਪਹੁੰਚਿਆ ਹੈ? ਵਿਆਹ ਆ ਪਹੁੰਚਿਆ ਹੈ ਅਤੇ ਉਸ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਇਹ ਸੱਚ ਕਿ ਲੇਲਾ ਅਤੇ ਲੇਲੇ ਦੀ ਪਤਨੀ ਪ੍ਰਗਟ ਹੋਵੇਗੀ ਪਹਿਲਾਂ ਚਰਚ ਨੇ ਸਿਖਾਇਆ ਸੀ। ਉਹ ਚਰਚ ਆਫ ਗੋਡ ਹੈ। ਇਹ ਸੱਚ ਸਿਰਫ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਪੂਰਾ ਹੋ ਸਕਦਾ ਹੈ। ਵਚਨ 8, ਇਹ ਉਸ ਨੂੰ ਬਖਸ਼ਿਆ ਗਿਆ ਭੜਕੀਲੇ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ। ਇਹ ਕਤਾਨਾ ਤਾਂ ਸੰਤਾਂ ਦਾ ਧਰਮੀ ਕੰਮ ਹੈ। ਤਾਂ ਉਹਨ ਮੈਨੂੰ ਆਖਿਆ, ਲਿਖ ਭਾਈ, ਧੰਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦੌਤ ਵਿੱਚ ਸੱਦੇ ਹੋਏ ਹਨ। ਲੋਕ ਜਿਨ੍ਹਾਂ ਨੂੰ ਉਸ ਜਗ੍ਹਾ ਤੇ ਸੱਦਿਆ ਗਿਆ ਹੈ ਜਿੱਥੇ ਲੇਲਾ ਅਤੇ ਲੇਲੇ ਦੀ ਪਤਨੀ ਹੈ, ਉਹ ਅਸਲ ਵਿੱਚ ਧੰਨ ਹਨ। ਸਵਰਗਦੂਤ ਨੇ ਗੱਲ ਕੀਤੀ ਸੀ ਕਿ ਸਿਯੋਨ ਦੀ ਸਾਰੀ ਸੰਤਾਨ ਦੁਨੀਆ ਭਰ ਵਿੱਚ ਚਰਚ ਆਫ ਗੋਡ ਵਰਲਡ ਮਿਸ਼ਨ ਸੁਸਾਇਟੀ ਦੇ ਮੈਂਬਰ ਜੋ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਨ, ਉਹ ਧੰਨ ਲੋਕ ਹਨ। 2000 ਸਾਲ ਪਹਿਲਾਂ ਯੀਸ਼ੂ ਨੇ ਪ੍ਰਕਾਸ਼ਨ ਦੁਆਰਾ ਯਹੂਨਾ ਨੂੰ ਦਿਖਾਇਆ ਕਿ ਇਹ ਉਹ ਗੱਲ ਹੈ ਜੋ 2000 ਸਾਲ ਦੇ ਬਾਅਦ ਚਰਚ ਆਫ ਗੋਡ ਵਿੱਚ ਹੋਵੇਗੀ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 9 ਦੇਖੀਏ। ਜਿਨ੍ਹਾਂ 7 ਦੂਤਾਂ ਕੋਲੋਂ 7 ਕਟੋਰੇ ਸਨ ਅਤੇ ਛੇਕੜ ਲੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਕੋਲ ਗੱਲ ਕੀਤੀ, ਭਾਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਵਰ ਕੋਲੋਂ ਆਕਾਸ਼ੋਂ ਉੱਤਰਦੀ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 12 ਦੇ ਅਨੁਸਾਰ ਯਰੂਸ਼ਲਮ ਦੇ ਕੋਲ ਕੀ ਹੈ? ਉਸ ਦੇ ਕੋਲ ਇੱਕ ਨਾਮ ਹੈ। ਜਦੋਂ ਅਸੀਂ ਗਲਾਤੀਆਂ ਅਧਿਆਇ 4 ਨੂੰ ਦੇਖਦੇ ਹਾਂ, ਤਦ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਯਰੂਸ਼ਲਮ ਦੇ ਕੋਲ ਨਾਮ ਕਿਉਂ ਹੈ। ਗਲਾਤੀਆਂ ਅਧਿਆਇ 4 ਵਚਨ 26, ਪਰ ਯਰੂਸ਼ਲਮ ਜੋ ਉਤਾਹਾਂ ਹੈ, ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਇਹ ਉਹੀ ਯਰੂਸ਼ਲਮ ਹੈ ਜਿਸ ਦਾ ਜ਼ਿਕਰ ਪ੍ਰਕਾਸ਼ ਦੀ ਪੋਥੀ ਵਿੱਚ ਕੀਤਾ ਗਿਆ ਹੈ। ਜਦੋਂ ਯੀਸ਼ੂ ਨੇ ਕਿਹਾ ਸੀ, ਮੈਂ ਉਸ ਤੇ ਨਵੀਂ ਯਰੂਸ਼ਲਮ ਦਾ ਨਾਮ ਅਤੇ ਆਪਣਾ ਨਾਮ ਲਿਖਾਵਾਂਗਾ। ਜਦੋਂ ਅਸੀਂ ਸਿਖਾਉਂਦੇ ਹਾਂ ਕਿ ਇਹ ਸੱਚ ਪਹਿਲੇ ਚਰਚ ਵਿੱਚ ਵੀ ਮੌਜੂਦ ਸੀ, ਤਦ ਕੁਝ ਇਸ ਤੇ ਵਿਸ਼ਵਾਸ ਨਹੀਂ ਕਰਦੇ। ਤਦ ਰਸੂਲ ਯਹੂਨਾ ਕਿਸ ਯੁੱਗ ਵਿੱਚ ਰਹਿੰਦਾ ਸੀ? ਰਸੂਲ ਪੌਲੁਸ ਜਿਸ ਨੇ ਗਲਾਤੀਆਂ ਦੀ ਪੁਸਤਕ ਲਿਖੀ, ਕਿਸ ਯੁੱਗ ਵਿੱਚ ਰਹਿੰਦਾ ਸੀ? ਉਹ ਦੋਨੋਂ ਪਹਿਲੇ ਚਰਚ ਦਾ ਹਿੱਸਾ ਸੀ ਅਤੇ ਪੁੱਤਰ ਦੇ ਯੁੱਗ ਵਿੱਚ ਰਹਿੰਦੇ ਸੀ, ਹੈ ਨਾ? ਅਤੇ ਯਰੂਸ਼ਲਮ ਦੇ ਨਾਮ ਬਾਰੇ ਸੱਚ ਇੱਕ ਸਿੱਖਿਆ ਸੀ ਜੋ ਪਹਿਲਾ ਚਰਚ ਵਿੱਚ ਪਹਿਲਾਂ ਤੋਂ ਮੌਜੂਦ ਸੀ। ਇਸ ਸੱਚ ਨੂੰ ਕਿਸ ਨੇ ਸਿਖਾਇਆ? ਉਹ ਯੀਸ਼ੂ ਸੀ ਜਿਸ ਨੇ ਇਹ ਸੱਚ ਸਿਖਾਇਆ ਸੀ। ਪਰ ਕਿਉਂ ਇਹ ਪੁੱਤਰ ਦੇ ਯੁੱਗ ਵਿੱਚ ਪੂਰਾ ਨਹੀਂ ਹੋਣ ਵਾਲਾ ਸੀ? ਤਦ ਉਹਨਾਂ ਨੇ ਸਿਰਫ ਉਹੀ ਪ੍ਰਗਟ ਕੀਤਾ ਜੋ ਉਸ ਯੁੱਗ ਦੇ ਸੰਤਾਂ ਲਈ ਜ਼ਰੂਰੀ ਸੀ। ਬਾਕੀ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ। ਇਹ ਪੱਕਾ ਹੈ ਕਿ ਚਰਚ ਆਫ ਗੋਡ ਵਿੱਚ ਸਿਖਾਇਆ ਗਿਆ ਸੱਚ ਸੀ। ਸਿਰਫ ਉਸ ਚਰਚ ਨੂੰ ਜਿਸ ਦੇ ਕੋਲ ਇਹ ਸੱਚ ਹੈ, ਪਰਮੇਸ਼ਵਰ ਸੋਹ ਦੇ ਨਾਲ ਸਵਰਗ ਦੇ ਰਾਜ ਦੀ ਗਾਰੰਟੀ ਦਿੰਦੇ ਹਨ ਕਿ ਇਹ ਉਹ ਸੱਚ ਨਹੀਂ ਹੈ ਜਿਸ ਦੀ ਪਰਮੇਸ਼ਵਰ ਸੋਹ ਦੇ ਨਾਲ ਗਾਰੰਟੀ ਦਿੰਦੇ ਹਨ। ਇਸ ਤਰ੍ਹਾਂ ਸਾਨੂੰ ਸਵਰਗ ਦੇ ਸ਼ਾਨਦਾਰ ਰਾਜ ਵਿੱਚ ਜਾਣ ਦੀ ਗਾਰੰਟੀ ਦਿੱਤੀ ਗਈ ਹੈ, ਜਿੱਥੇ ਕੋਈ ਮੌਤ,
ਦੁੱਖ ਜਾਂ ਦਰਦ ਨਹੀਂ ਹੈ। ਭਾਵੇਂ ਹੀ ਹੁਣ ਅਸੀਂ ਇੱਕ ਸ਼ਾਨਦਾਰ ਅਤੇ ਅਚਰਜ ਢੰਗ ਨਾਲ ਜੀਵਨ ਜੀ ਰਹੇ ਹਨ, ਜਿਸ ਦੀ ਈਰਖਾ ਕੀਤੀ ਜਾਣੀ ਚਾਹੀਦੀ ਹੈ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਪੂਰੀ ਤਰ੍ਹਾਂ ਨਾਲ ਅਹਿਸਾਸ ਨਹੀਂ ਹੈ ਕਿ ਅਸੀਂ ਅਸਲ ਵਿੱਚ ਕੌਣ ਹਾਂ। ਭਾਵੇਂ ਹੀ ਬਦਸੂਰਤ ਬੱਤਖ ਦਾ ਬੱਚਾ ਜਦੋਂ ਉਹ ਛੋਟਾ ਸੀ ਤਦ ਆਪਣੇ ਭਰਾ ਭੈਣਾਂ ਤੋਂ ਨਫ਼ਰਤ ਪਾਉਂਦਾ ਸੀ, ਪਰ ਜਦੋਂ ਵੱਡਾ ਹੋਇਆ ਤਦ ਅਸਲ ਵਿੱਚ ਉਹ ਕੀ ਸੀ? ਇਹ ਇੱਕ ਸੁੰਦਰ ਹੰਸ ਸੀ, ਪਰ ਉਹ ਨਹੀਂ ਜਾਣਦਾ ਸੀ ਕਿ ਉਹ ਕੌਣ ਸੀ ਅਤੇ ਕਹਿੰਦਾ ਸੀ, ਉਹ ਮੇਰੇ ਤੋਂ ਨਫ਼ਰਤ ਕਿਉਂ ਕਰਦੇ ਅਤੇ ਮੈਨੂੰ ਕਿਉਂ ਧਮਕਾ ਰਹੇ ਹਨ। ਉਹ ਨਹੀਂ ਜਾਣਦਾ ਸੀ ਕਿ ਉਹ ਅਸਲ ਵਿੱਚ ਵਿਸ਼ੇਸ਼ ਸੀ। ਲੰਬੇ ਸਮੇਂ ਤੱਕ ਉਹ ਇਸ ਸੱਚ ਨੂੰ ਨਹੀਂ ਜਾਣਦਾ ਸੀ ਕਿ ਉਹ ਇੱਕ ਸੁੰਦਰ ਹੰਸ ਸੀ। ਪਰਮੇਸ਼ਵਰ ਦੇ ਲੋਕ ਦੁਨੀਆ ਦੇ ਲੋਕਾਂ ਵਾਂਗ ਹੀ ਜੀਵਨ ਦੀਆਂ ਮੁਸ਼ਕਲਾਂ ਤੋਂ ਗੁਜ਼ਰ ਰਹੇ ਹਾਂ, ਪਰ ਸਾਡੇ ਅੰਦਰ ਕੁਝ ਹੋਰ ਹੀ ਅਹਿਸਾਸ ਹੈ ਜੋ ਦੂਸਰਿਆਂ ਤੋਂ ਅਲੱਗ ਹੈ। ਅਸੀਂ ਖੁਦ ਦੇ ਲਈ ਕਲਪਨਾ ਕੀਤੀ, ਕਾਸ਼ ਮੈਂ ਉਹਨਾਂ ਸੁੰਦਰ ਹੰਸਾਂ ਦੇ ਵਾਂਗ ਉੱਡ ਸਕਦਾ। ਅਸੀਂ ਹਮੇਸ਼ਾ ਸਵਰਗ ਦੇ ਰਾਜ ਦਾ ਸੁਪਨਾ ਦੇਖਿਆ ਹੈ। ਅਸੀਂ ਜੀਵਨ ਦਾ ਇਸ ਤਰ੍ਹਾਂ ਦਾ ਰਸਤਾ ਅਪਣਾਇਆ ਹੈ ਜੋ ਦੁਨੀਆ ਦੇ ਲੋਕਾਂ ਤੋਂ ਅਲੱਗ ਸੀ। ਹੁਣ ਤੱਕ ਪਰਮੇਸ਼ਵਰ ਸਾਨੂੰ ਬਾਈਬਲ ਦੀਆਂ ਸਿੱਖਿਆਵਾਂ ਦੁਆਰਾ ਰਾਹ ਦਿਖਾਉਂਦੇ ਆਏ ਹਨ। ਆਓ ਅਸੀਂ ਅੰਤ ਤੱਕ ਲਗਾਤਾਰ ਪਰਮੇਸ਼ਵਰ ਤੇ ਸਹੀ ਵਿਸ਼ਵਾਸ ਰੱਖੀਏ, ਤਾਂ ਜੋ ਅਸੀਂ ਉਸ ਸ਼ਾਨਦਾਰ ਦੁਨੀਆ ਵਿੱਚ ਪ੍ਰਵੇਸ਼ ਕਰ ਸਕੀਏ ਜੋ ਪਰਮੇਸ਼ਵਰ ਸਾਡੇ ਲਈ ਤਿਆਰ ਕਰ ਰਹੇ ਹਨ। ਆਸ ਕਰਦੇ ਹੋਏ ਕਿ ਤੁਸੀਂ ਬਹੁਤ ਕਿਰਪਾ ਪ੍ਰਾਪਤ ਕਰੋਗੇ, ਮੈਂ ਇਸ ਉਪਦੇਸ਼ ਨੂੰ ਖਤਮ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।